ਹਾਈ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਮਾਫੀ ਚਾਹੁੰਦੀ ਹਾਂ, ਬਹੁਤ ਦਿਨਾਂ ਬਾਅਦ ਆਈ ਹਾਂ। ਤਬੀਅਤ ਮੇਰੀ ਹੁਣ ਥੋੜੀ ਠੀਕ ਹੈਗੀ ਹੈ। ਤੇ ਬਹੁਤ ਹੀ ਜ਼ਿਆਦਾ ਵੱਡਾ ਬ੍ਰੇਕ ਹੋ ਗਿਆ ਹੈ, ਹੁਣ ਇਹ ਬ੍ਰੇਕ ਨਹੀਂ ਹੋਏਗਾ। ਅੱਜ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਜਿਹੜਾ ਹੈ ਮੈਂ ਲੈਕਚਰ ਲੈ ਕੇ ਆਈ ਹਾਂ। ਇਹ ਹੈਗਾ ਫੰਡਾਮੈਂਟਲ ਰਾਈਟਸ ਦਾ। ਬਹੁਤ ਹੀ ਇੰਪੋਰਟੈਂਟ ਚੈਪਟਰ ਹੈ। ਠੀਕ ਹੈ, ਇਹਨੂੰ ਆਪਾਂ ਕਰਾਂਗੇ। ਤੇ ਇੱਕ ਤਰੀਕੇ ਨਾਲ ਇਹ ਚੈਪਟਰ ਨੂੰ ਅਗਰ ਤੁਸੀਂ ਵਧੀਆ ਤਰੀਕੇ ਨਾਲ ਕਰ ਲੈਂਦੇ ਹੋ, ਤੁਹਾਡੇ ਪੰਜਾਬ ਦੇ ਜਿੰਨੇ ਵੀ ਐਗਜ਼ਾਮਸ ਹੁੰਦੇ ਨੇ ਉਹਨਾਂ ਵਿੱਚ ਫੰਡਾਮੈਂਟਲ ਰਾਈਟਸ ਜਿਹੜੇ ਨੇ ਉਹ ਬਹੁਤ ਜ਼ਰੂਰੀ ਜਿਹੜੇ ਨੇ ਪੁੱਛੇ ਜਾਂਦੇ ਨੇ। ਤੇ ਪੰਜਾਬ ਪਟਵਾਰੀ ਦਾ ਜਿਹੜਾ ਪੇਪਰ ਹੋ ਰਿਹਾ ਹੈਗਾ ਵਾ, ਉਹਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਗਿਆ ਹੈ ਕਿ ਤੁਹਾਨੂੰ ਪੁੱਛੇ ਜਾਣਗੇ ਫੰਡਾਮੈਂਟਲ ਰਾਈਟਸ ਤੇ ਡਿਊਟੀਜ਼। ਇਹ ਚੈਪਟਰ ਬਹੁਤ ਇੰਪੋਰਟੈਂਟ ਹੈ ਤੇ ਬਹੁਤ ਹੀ ਲੰਬਾ ਚੈਪਟਰ ਹੈਗਾ, ਬਟ ਮੈਂ ਈਜ਼ੀ ਵੇ ਨਾਲ ਇਹਨੂੰ ਕਰਾਵਾਂਗੀ, ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਆਏਗਾ। ਚਲੋ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਕੁਝ ਗੱਲਾਂ ਕਰਦੇ ਹਾਂ ਕਿ ਫੰਡਾਮੈਂਟਲ ਰਾਈਟਸ ਜਿਹੜੇ ਨੇ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਹੈ ਕਿੱਦਾਂ। ਦੇਖੋ, ਸਭ ਤੋਂ ਪਹਿਲਾਂ ਤਾਂ ਜਦੋਂ ਜਿਹੜੇ ਬੱਚੇ ਨੇ ਬਿਲਕੁਲ ਵੀ ਨਹੀਂ ਪਤਾ ਕਿ ਕੌਨਸਟੀਟਿਊਸ਼ਨ ਕੀ ਹੁੰਦਾ ਹੈ, ਉਹ ਸੁਣ ਲੈਣ। ਆਹ ਕੌਨਸਟੀਟਿਊਸ਼ਨ ਜਿਹੜਾ ਹੈਗਾ ਵਾ, ਠੀਕ ਹੈ, ਇਹ ਇੱਕ ਤਰੀਕੇ ਦੀ ਤੁਸੀਂ ਕਹਿ ਲਓ ਸਾਡੇ ਲਈ ਰੂਲ ਬੁੱਕ ਹੈਗੀ, ਜਿਹਦੇ ਅਨੁਸਾਰ ਸਾਡਾ ਪੂਰਾ ਦਾ ਪੂਰਾ ਜਿਹੜੀ ਗਵਰਨਮੈਂਟ ਹੈਗੀ ਹੈ ਉਹ ਕੰਮ ਕਰਦੀ ਹੈ। ਪਹਿਲੀ ਗੱਲ ਇਹ ਹੋ ਗਈ। ਠੀਕ ਹੈ, ਦੂਜੀ ਗੱਲ ਜੇ ਅਸੀਂ ਇਹ ਗੱਲ ਕਰੀਏ ਕਿ ਕੌਨਸਟੀਟਿਊਸ਼ਨ ਦੇ ਵਿੱਚ ਕੀ ਹੈਗਾ ਕਿ ਪਾਰਟ ਵਾਈਜ਼ ਜਿਹੜਾ ਹੈ ਤੁਹਾਡੀ ਚੀਜ਼ਾਂ ਜਿਹੜੀਆਂ ਨੇ ਮੈਂਸ਼ਨ ਨੇ। ਜਿਵੇਂ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕੌਨਸਟੀਟਿਊਸ਼ਨ, ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਰਾਈਟਸ ਜਿਹੜੇ ਨੇ ਉਹ ਕਿਹੜੇ ਪਾਰਟ 'ਚ ਡਿਫਾਈਨ ਨੇ? ਪਾਰਟ ਨੰਬਰ 3 ਦੇ ਵਿੱਚ। ਤੇ ਪਾਰਟ ਦੇ ਅੰਦਰ ਇਹਨੂੰ ਤੁਸੀਂ ਇੱਕ ਤਰੀਕੇ ਦੇ ਚੈਪਟਰਸ ਹੀ ਕਹਿ ਲਓ। ਇਹਦੇ ਪਾਰਟ ਦੇ ਅੰਦਰ ਆਰਟੀਕਲਸ ਵੀ ਹੁੰਦੇ ਨੇ ਜਿਹੜੇ ਤੁਹਾਨੂੰ ਯਾਦ ਰੱਖਣੇ ਨੇ। ਤੇ ਆਰਟੀਕਲ ਨੰਬਰ 12 ਤੋਂ ਲੈ ਕਰ ਆਰਟੀਕਲ ਨੰਬਰ 35 ਤੱਕ ਜਿਹੜੇ ਹੈ ਫੰਡਾਮੈਂਟਲ ਰਾਈਟਸ ਜਿਹੜੇ ਨੇ ਉਹ ਸਾਡੇ ਡਿਫਾਈਨ ਕੀਤੇ ਗਏ ਨੇ। ਠੀਕ ਹੈ, ਹੁਣ ਉਸ ਤੋਂ ਬਾਅਦ ਅਸੀਂ ਗੱਲ ਕਰੀਏ, ਇਹ ਤੁਸੀਂ ਯਾਦ ਰੱਖਣਾ ਹੈ, ਐਗਜ਼ਾਮੀਨਰ ਇਹ ਤੁਹਾਨੂੰ ਕੁਐਸਚਨ ਆਸਕ ਕਰੇਗਾ। ਸਭ ਤੋਂ ਪਹਿਲਾ ਕੁਐਸਚਨ ਤਾਂ ਇਹੀ ਬਣਦਾ ਹੈ ਕਿ ਜਦੋਂ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਹੈਗੇ ਆ ਅਸੀਂ, ਇਹ ਕੌਨਸਟੀਟਿਊਸ਼ਨ ਦੇ ਵਿੱਚ ਯਾਨੀ ਕਿ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਕਿਹੜੇ ਪਾਰਟ ਤੋਂ ਲੈ ਕੇ ਕਿੱਥੇ ਤੱਕ ਡਿਫਾਈਨ ਹਨ? ਪਾਰਟ ਨੰਬਰ 3 ਦੇ ਵਿੱਚ ਇਹ ਡਿਫਾਈਨ ਹਨ। ਆਰਟੀਕਲਸ ਨੰਬਰ 12 ਤੋਂ ਲੈ ਕਰ ਆਰਟੀਕਲ ਨੰਬਰ 35 ਤੱਕ ਜਿਹੜੇ ਹੈ ਤੁਹਾਡੇ ਆਰਟੀਕਲਸ ਜਿਹੜੇ ਨੇ ਸਾਨੂੰ ਫੰਡਾਮੈਂਟਲ ਰਾਈਟਸ ਤੇ ਡੀਲ ਕਰਦੇ ਹਨ। ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਕਿ ਕੁਝ ਫੀਚਰਸ ਬਾਰੇ ਕਿ ਜਿਹੜੇ ਫੰਡਾਮੈਂਟਲ ਰਾਈਟਸ ਹੁੰਦੇ ਨੇ ਇਹਦੇ ਫੀਚਰਸ ਕਿਹੜੇ ਹੁੰਦੇ ਨੇ। ਦੇਖੋ, ਫੰਡਾਮੈਂਟਲ ਰਾਈਟਸ ਦਾ ਮਤਲਬ ਕੀ ਹੈਗਾ? ਸਭ ਤੋਂ ਪਹਿਲਾਂ ਤਾਂ ਹੁਣੇ ਅਸੀਂ ਇਹ ਸਮਝਦੇ ਹਾਂ, ਇੱਦਾਂ ਦੇ ਰਾਈਟਸ ਜਿਹੜੇ ਤੁਹਾਡੇ ਕਹਿ ਲਓ ਇੰਡੀਅਨ ਸਿਟੀਜ਼ਨਸ ਨੂੰ ਯਾਨੀ ਕਿ ਦੇਸ਼ ਦੇ ਵਾਸੀਆਂ ਨੂੰ ਦਿੱਤੇ ਜਾਂਦੇ ਨੇ, ਉਹਨਾਂ ਨੂੰ ਆਪਾਂ ਫੰਡਾਮੈਂਟਲ ਰਾਈਟਸ ਕਹਿੰਦੇ ਆ। ਬਟ ਇੱਦਾਂ ਦੇ ਬੜੇ ਸਾਰੇ ਰਾਈਟਸ ਹੈ ਜਿਹੜੇ ਤੁਹਾਡੇ ਫੋਰਨਰਸ ਨੂੰ ਵੀ ਮਿਲਦੇ ਨੇ, ਮਤਲਬ ਦੂਜੇ ਦੇਸ਼ ਦੇ ਵਾਸੀਆਂ ਨੂੰ ਵੀ ਇੱਥੋਂ ਦਿੱਤੇ ਜਾਂਦੇ ਨੇ। ਆਈਏ ਇਹਨਾਂ ਬਾਰੇ ਜਾਣਦੇ ਹਾਂ। ਕਿਤੇ ਸਮ ਆਫ them ਆਰ ਅਵੇਲੇਬਲ ਓਨਲੀ ਟੂ ਦ ਸਿਟੀਜ਼ਨ। ਕੁਛ ਇੱਦਾਂ ਦੇ ਹੁੰਦੇ ਨੇ ਜਿਹੜੇ ਤੁਹਾਡੇ ਸਿਰਫ ਸਿਟੀਜ਼ਨਸ ਨੂੰ ਮਿਲਦੇ ਨੇ, ਬਾਕੀ ਅਦਰ ਜੇ ਅਸੀਂ ਦੇਖੀਏ ਉਹ ਸਾਰੇ ਸਿਟੀਜ਼ਨਸ, ਫੋਰਨਰਸ, ਲੀਗਲ ਪਰਸਨ ਔਰ ਦੂਜੇ ਕੋਆਪਰੇਟਿਵ ਕੰਪਨੀਜ਼ ਨੂੰ ਵੀ ਮਿਲਦੇ ਨੇ। ਦੇਖੋ, ਕੰਪਨੀਜ਼ ਦਾ ਮਤਲਬ ਕੀ ਹੈ? ਜਦੋਂ ਅਸੀਂ ਗੱਲ ਕਰਦੇ ਹਾਂ, ਦੋ ਤਰੀਕੇ ਦੇ ਸਿਟੀਜ਼ਨਸ ਹੁੰਦੇ ਨੇ। ਇੱਕ ਤੁਹਾਡਾ ਸਿਟੀਜ਼ਨ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਨੈਚੁਰਲ ਸਿਟੀਜ਼ਨ, ਇੱਕ ਤੁਹਾਡਾ ਹੁੰਦਾ ਹੈ ਆਰਟੀਫਿਸ਼ੀਅਲ ਸਿਟੀਜ਼ਨ। ਨੈਚੁਰਲ ਸਿਟੀਜ਼ਨ ਦਾ मतलब ਕੀ ਹੁੰਦਾ ਹੈ? ਜਿਵੇਂ ਅਸੀਂ ਲੋग ਜਿੰਦੇ ਇਨਸਾਨ। आर्टिफिशियल सिटीजन का मतलब क्या होता है? जिमें SBI यानी कि स्टेट बैंक ऑफ इंडिया एक तरीके का बैंक है, इंडिया तो बिलोंग करता है, ये इंडियन का आर्टिफिशियल सिटीजन है। तो ये भी कुछ राइट्स ने, कंपनीज जिन्होंने आप कह लें। हुण उस तो बाद जदों असीं गल करदे हां, ठीक है, कहंदे कॉन्स्टिट्यूशन जिहड़ा हैगा वा कन्फर्स द फॉलोइंग राइट एंड प्रिविलेजेस ऑन द सिटीजन ऑफ इंडिया एंड डिनाइज द सेम। मतलब की कह रहा है? ਕਹਿੰਦੇ ਜਿਹੜੇ ਇੱਦਾਂ ਦੇ ਕੁਝ ਇੱਦਾਂ ਦੇ ਰਾਈਟਸ ਹੈਗੇ ਨੇ ਜੋ ਸਿਰਫ ਸਿਟੀਜ਼ਨਸ ਨੂੰ ਹੀ ਅਵੇਲੇਬਲ ਹੈਗੇ ਆ, ਬਾਕੀ ਫੋਰਨਰਸ ਨੂੰ ਇਹ ਅਵੇਲੇਬਲ ਨਹੀਂ ਹੈਗੇ। ਉਹ ਕਿਹੜੇ ਕਿਹੜੇ ਆਰਟੀਕਲ ਨੇ? ਸਭ ਤੋਂ ਪਹਿਲਾਂ ਤਾਂ ਆ ਯਾਦ ਕਰੋ, 15, 16, ਠੀਕ ਹੈ, ਤੁਹਾਡਾ 19, 29 ਤੇ 30। ਹੁਣ ਕੁਐਸਚਨ ਆਉਂਦਾ ਹੈ ਕਿ ਮੈਡਮ ਅਸੀਂ ਇਹਨੂੰ ਯਾਦ ਕਿੱਦਾਂ ਕਰਾਂਗੇ? ਆ ਦੇਖੋ, 15 ਇੱਕ ਪਲੱਸ ਕਰੋ ਕਿੰਨਾ ਆਇਆ? 16, 16 ਨੂੰ ਉਲਟਾ ਕਰੋ ਕਿੰਨਾ ਆਇਆ? 29, 29 ਚ 10 ਪਲੱਸ ਕਰੋ ਕਿੰਨਾ ਆਇਆ ਤੁਹਾਡਾ? 19 ਚ 10 ਪਲੱਸ ਕਰੋ ਕਿੰਨਾ ਆਇਆ? 29, 29 ਚ ਅਗੇਨ ਇੱਕ ਪਲੱਸ ਕਰ ਦਿਓ 30। ਆ ਜਿਹੜੇ ਰਾਈਟਸ ਹੈਗੇ ਨੇ
ਆ 15 ਜਿਹੜੇ 15 16 19 29 30 ਆ ਜਿਹੜੇ ਆਰਟੀਕਲਸ ਨੇ, ਇਸ ਆਰਟੀਕਲਸ ਦੇ ਵਿੱਚ ਜਿਹੜੇ ਵੀ ਤੁਹਾਡੇ ਰਾਈਟਸ ਮੈਂਸ਼ਨ ਨੇ ਇਹ ਸਿਰਫ ਦੇ ਸਿਰਫ ਸਿਟੀਜ਼ਨਸ ਨੂੰ ਅਵੇਲੇਬਲ ਨੇ, ਇਹ ਫੋਰਨਰਸ ਨੂੰ ਨਹੀਂ ਦਿੱਤੇ ਜਾਂਦੇ। ਇਹ ਕੁਐਸਚਨ ਤੁਹਾਡੇ ਤੋਂ ਪੁੱਛਿਆ ਜਾਏਗਾ ਬਹੁਤ ਵਾਰੀ ਕਿ ਇੱਦਾਂ ਦੇ ਕਿਹੜੇ ਰਾਈਟਸ ਨੇ ਜਿਹੜੇ ਸਿਰਫ ਸਿਟੀਜ਼ਨਸ ਨੂੰ ਮਿਲਦੇ ਨੇ, ਫੋਰਨਰਸ ਨੂੰ ਨਹੀਂ ਮਿਲਦੇ। ਇਹ ਤੁਹਾਨੂੰ ਯਾਦ ਰੱਖਣਾ ਹੈ। ਉਸ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਇੱਥੇ ਸਭ ਤੋਂ ਪਹਿਲਾਂ ਕਿਹੜੇ ਇਹਦੇ ਵਿੱਚ 15ਵਾਂ ਆਰਟੀਕਲ ਦੇ ਵਿੱਚ ਕਿਹੜਾ ਹੈ, ਰਾਈਟ ਅਗੇਨਸਟ ਡਿਸਕ੍ਰਿਮੀਨੇਸ਼ਨ ਔਨ ਦ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਸੈਕਸ ਔਰ ਪਲੇਸ ਆਫ ਬਰਥ। ਮਤਲਬ ਕੀ ਹੈ ਕਿ ਇਹ ਅੱਗੇ ਜਾ ਕੇ ਤੁਸੀਂ ਇਹਨੂੰ ਡੀਪ 'ਚ ਸਮਝਾਂਗੇ, ਹਜੇ ਅਸੀਂ ਇਹਨਾਂ ਨੂੰ ਰਹਿਣ ਦਿੰਦੇ ਹਾਂ ਕਿ ਇਹ ਜਿਹੜੇ ਆਰਟੀਕਲਸ ਨੇ ਕਿੱਦਾਂ ਡੀਲ ਕਰਦੇ ਨੇ। ਉਸ ਤੋਂ ਬਾਅਦ ਇਹਦੇ ਵਿੱਚ ਫੰਡਾਮੈਂਟਲ ਰਾਈਟਸ ਦੇ ਵਿੱਚ ਤੁਸੀਂ ਆਹ ਗੱਲ ਪਹਿਲੀ ਇਹ ਜਾਣੀ, ਅਸੀਂ ਕੀ ਗੱਲ ਕੀਤੀ, ਆਪਾਂ ਇਹ ਗੱਲ ਕੀਤੀ ਕਿ ਦੇਖੋ ਜਿਹੜਾ ਤੁਹਾਡਾ ਫੰਡਾਮੈਂਟਲ ਰਾਈਟ ਹੈ, ਠੀਕ ਹੈ, ਇਹ ਪਾਰਟ ਨੰਬਰ 3 ਦੇ ਵਿੱਚ ਡਿਫਾਈਨ ਹੈਗਾ। ਠੀਕ ਹੈ ਮੈਮ, ਇਹ ਆਰਟੀਕਲ ਨੰਬਰ 12 ਤੋਂ ਲੈ ਕੇ 35 ਤੱਕ ਇਹ ਸਾਨੂੰ ਦੱਸਦਾ ਹੈਗਾ ਕਿ ਕਿਹੜੇ ਕਿਹੜੇ ਆਰਟੀਕਲਸ ਇਹਦੇ ਵਿੱਚ ਫੰਡਾਮੈਂਟਲ ਰਾਈਟਸ ਦੇ ਹੈਗੇ ਆ, ਹੈ ਨਾ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਕਿ ਫੰਡਾਮੈਂਟਲ ਰਾਈਟਸ ਜਿਹੜੇ ਨੇ ਇੱਦਾਂ ਦੇ ਰਾਈਟਸ ਹੁੰਦੇ ਨੇ ਜੋ ਤੁਹਾਡੇ ਇੰਡੀਅਨ ਸਿਟੀਜ਼ਨਸ ਨੂੰ ਦਿੱਤੇ ਜਾਂਦੇ ਨੇ, ਬਟ ਕੁਛ ਇੱਦਾਂ ਦੇ ਰਾਈਟਸ ਹੁੰਦੇ ਨੇ ਜੋ ਤੁਹਾਡੇ ਫੋਰਨਰਸ ਨੂੰ ਵੀ ਮਿਲਦੇ ਨੇ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਿਆ ਕਿ ਫੰਡਾਮੈਂਟਲ ਰਾਈਟਸ ਦੇ ਵਿੱਚ ਇੰਡੀਅਨ ਸਿਟੀਜ਼ਨਸ ਨੂੰ 15ਵਾਂ 16 19 29 30 ਇਹ ਇੱਦਾਂ ਦੇ ਰਾਈਟਸ ਨੇ, ਇੱਦਾਂ ਦੇ ਆਰਟੀਕਲਸ ਨੇ ਜਿਹੜੇ ਤੁਹਾਡੇ ਫੋਰਨਰਸ ਨੂੰ ਰਾਈਟਸ ਜਿਹੜੇ ਆ ਨਹੀਂ ਮਿਲਦੇ ਹੈਗੇ, ਬਟ ਇੰਡੀਅਨ ਸਿਟੀਜ਼ਨਸ ਨੂੰ ਸਾਰੇ ਦੇ ਸਾਰੇ ਰਾਈਟਸ ਮਿਲਦੇ ਨੇ, ਬਟ ਫੋਰਨਰਸ ਨੂੰ ਇਹ ਰਾਈਟਸ ਜਿਹੜੇ ਨੇ ਉਹ ਨਹੀਂ ਦਿੱਤੇ ਜਾਂਦੇ। ਉਸ ਤੋਂ ਬਾਅਦ ਅਗਲਾ ਅਸੀਂ ਕਰ ਰਹੇ ਹਾਂ, ਦੇ ਆਰ ਨਾਟ ਐਬਸੋਲੂਟ ਬਟ ਕੁਆਲੀਫਾਈਡ। ਐਬਸੋਲੂਟ ਦਾ ਮਤਲਬ ਕੀ ਹੁੰਦਾ ਕਿ ਇਹਨਾਂ ਦੀ ਕੋਈ ਐਕਸੈਪਸ਼ਨ ਨਹੀਂ ਹੈ। ਫੰਡਾਮੈਂਟਲ ਰਾਈਟਸ ਦੀ ਵੀ ਆਪਣੀ ਐਕਸੈਪਸ਼ਨਸ ਹੁੰਦੀਆਂ ਨੇ, ਇਹ ਤੁਸੀਂ ਅੱਗੇ ਚੱਲ ਕਰ ਜਾਣੋਗੇ ਕੀ ਐਕਸੈਪਸ਼ਨ ਹੈ। ਐਕਸੈਪਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਆ ਨਹੀਂ ਹੋਇਆ ਤੇ ਇਹ ਹੋ ਸਕਦਾ ਹੈ ਨਾ, ਕੋਈ ਐਕਸੈਪਸ਼ਨ ਹੋਣਾ। ਉਸ ਤੋਂ ਬਾਅਦ ਅਗਰ ਗੱਲ ਕਰੀਏ ਕੁਛ ਇੱਦਾਂ ਦੇ ਫੰਡਾਮੈਂਟਲ ਰਾਈਟਸ ਹੈ ਜੋ ਨੈਗੇਟਿਵ ਇਨ ਕਰੈਕਟਰ ਵੀ ਹੈ, ਇਹ ਅੱਗੇ ਚੱਲ ਕਰ ਜਾਣੋਗੇ ਕਿੱਦਾਂ ਨੈਗੇਟਿਵ ਹੈ। ਇੱਕ ਗੱਲ ਹੋਰ, ਫੰਡਾਮੈਂਟਲ ਰਾਈਟਸ ਜਿਹੜੇ ਹੁੰਦੇ ਨੇ, ਠੀਕ ਹੈ, ਇਹ ਇਨਫੋਰਸੇਬਲ ਇਨ ਨੇਚਰ ਹੁੰਦੇ ਨੇ। ਇਨਫੋਰਸੇਬਲ ਦਾ ਮਤਲਬ ਕੀ ਹੁੰਦਾ ਹੈ, ਅਗਰ ਕੋਈ ਵੀ ਤੁਹਾਡਾ ਫੰਡਾਮੈਂਟਲ ਰਾਈਟ ਜਿਹੜਾ ਹੈ ਉਹ ਵਾਇਲੇਟ ਕਰੇਗਾ, ਠੀਕ ਹੈ, ਤਾਂ ਤੁਸੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਕੋਲ ਜਾ ਸਕਦੇ ਹੈਗੇ ਹੋ ਕਿ ਇੱਥੇ ਸਾਡਾ ਫੰਡਾਮੈਂਟਲ ਰਾਈਟ ਜਿਹੜਾ ਹੈ ਉਹ ਤੁਹਾਡਾ ਵਾਇਲੇਟ ਹੋਇਆ। ਤੇ ਸੁਪਰੀਮ ਕੋਰਟ ਇਹ ਚੀਜ਼ ਬਹੁਤ ਹੀ ਧਿਆਨ ਨਾਲ ਦੇਖਦੇ ਕਿ ਤੁਹਾਡਾ ਕੋਈ ਵੀ ਫੰਡਾਮੈਂਟਲ ਰਾਈਟ ਜਿਹੜਾ ਵਾਇਲੇਟ ਨਾ ਹੋਵੇ। ਇਹ ਹੋਈ ਫੰਡਾਮੈਂਟਲ ਰਾਈਟਸ ਦੀ ਇੰਟਰੋਡਕਸ਼ਨ। ਹੁਣ ਗੱਲ ਕਰਦੇ ਹਾਂ ਕਿ ਕਿਹੜੇ ਕਿਹੜੇ ਆਰਟੀਕਲਸ ਜਿਹੜੇ ਨੇ ਤੁਹਾਨੂੰ ਯਾਦ ਕਰਨੇ ਨੇ। ਦੇਖੋ ਆ ਸਾਰੇ ਦੇ ਸਾਰੇ ਆਰਟੀਕਲਸ ਬਹੁਤ ਹੀ ਬਹੁਤ ਇੰਪੋਰਟੈਂਟ ਨੇ, ਆਪਾਂ ਇਹ ਸਾਰੇ ਦੇ ਸਾਰੇ ਇੱਕ ਇੱਕ ਕਰਕੇ ਸਮਝਣੇ ਨੇ। ਕਹਿੰਦਾ ਆਲ ਫੰਡਾਮੈਂਟਲ ਰਾਈਟਸ ਹੈਵ ਬੀਨ ਕਲਾਸੀਫਾਈਡ ਅੰਡਰ ਫੋਲੋਇੰਗ ਦਾ 6 ਕੈਟਾਗਰੀਜ਼। ਆਰਟੀਕਲ ਨੰਬਰ 14 ਤੋਂ ਲੈ ਕੇ ਆਰਟੀਕਲ ਨੰਬਰ 18 ਤੱਕ ਰਾਈਟ ਟੂ ਇਕੁਐਲਿਟੀ, ਠੀਕ ਹੈ। ਹੁਣ ਇੱਥੇ ਕੁਐਸਚਨ ਕਿਸੇ ਦੇ ਮਾਈਂਡ ਦੇ ਵਿੱਚ ਆ ਰਿਹਾ ਹੋਣਾ, ਉਹ ਇਹ ਆ ਰਿਹਾ ਹੋਣਾ, ਮੈਡਮ ਹਜੇ ਤਾਂ ਤੁਸੀਂ ਦੱਸਿਆ ਸੀਗਾ ਕਿ ਜਿਹੜੇ ਫੰਡਾਮੈਂਟਲ ਰਾਈਟ ਹੁੰਦੇ ਨੇ ਉਹ ਆਰਟੀਕਲ ਨੰਬਰ 12 ਤੋਂ ਲੈ ਕੇ ਆਰਟੀਕਲ ਨੰਬਰ 35 ਤੱਕ ਡਿਫਾਈਨ ਹੈਗੇ। ਬਿਲਕੁਲ, ਬਟ ਜਿਹੜੇ ਮੇਜਰ ਤੁਹਾਡੇ ਫੰਡਾਮੈਂਟਲ ਰਾਈਟ ਸਟਾਰਟ ਹੁੰਦੇ ਨੇ ਉਹ ਆਰਟੀਕਲ ਨੰਬਰ 14 ਤੋਂ ਲੈ ਕੇ ਆਰਟੀਕਲ ਨੰਬਰ 32 ਤੱਕ ਰਹਿੰਦੇ ਨੇ। ਬਾਕੀ ਪਹਿਲੇ ਆਪਾਂ ਦੇਖਦੇ ਹਾਂ ਕਿ ਆਰਟੀਕਲ ਨੰਬਰ 12 ਜਿਹੜਾ ਹੈ ਤੇ ਆਰਟੀਕਲ ਨੰਬਰ 13 ਇਹਦਾ ਮਤਲਬ ਕੀ ਹੈ, ਇਹਦੇ ਵਿੱਚ ਕੀ ਡਿਫਾਈਨ ਜਿਹੜਾ ਹੈ ਉਹ ਸਾਡਾ ਕੀਤਾ ਗਿਆ ਹੈ। ਆइए आर्टिकल नंबर 12 की गल करते हैं। आर्टिकल नंबर 12 जिहड़ा है यानी कि 12 ये सानू डिफाइन करता है स्टेट के बारे। हमेशा एक गल याद रखियो, जदों भी पॉलिटी दे विच गल होंदी है स्टेट दी, स्टेट का मतलब की हुंदा है, स्टेट दे विच ये चीज़ डिफाइन की जाती हैगी है जिहदे विच असीं ये चीज़ देखते हैगे आ कि गवर्नमेंट बारे। ਇਹਦੇ ਵਿੱਚ ਉਹ नहीं हैगा, स्टेट का मतलब ये नहीं हैगा कि पंजाब एक स्टेट है, स्टेट का मतलब ਇਹਦਾ गवर्नमेंट ऑफ इंडिया। देखो इत्थे की कह रहे कि स्टेट का मतलब की है, कहते गवर्नमेंट इन द पार्लीमेंट ऑफ इंडिया। स्टेट का मतलब है जिन्ने भी गवर्नमेंट के अंडर काम कर रहे हैं, ऑल लोकल अथॉरिटी जो भी तुहाडे गवर्नमेंट के अंडर आते हैं कंट्रोल दे विच, वो भी इनकलूड होंदे। यानी कि स्टेट नूं आपां एक तरीके नाल गवर्नमेंट ही मानते हैं, ठीक है। ये सानू आर्टिकल नंबर 12 जिहड़ा डिफाइन कर रहा है। हुण तुसीं इत्थे याद की कीता, तुसीं याद ये कीता कि आर्टिकल नंबर 12 सानू की डिफाइन कर रहा है। आर्टिकल नंबर 12 सानू ये दस रहा है कि स्टेट की हुंदा है। उस तो बाद आर्टिकल नंबर 13, आर्टिकल नंबर 13 नूं आपां कहने आ कि यह फंडामेंटल राइट नूं की प्रोवाइड करवांदा है, शील्ड प्रोवाइड करवांदा है। शील्ड का मतलब की है, प्रोटैक्शन प्रोवाइड करवांदा है। एक क्वेश्चन एग्जाम च पूछा जाता है कि फंडामेंटल राइट नूं जिहड़ी है शील्ड कौन प्रोवाइड करवांदा है, किहड़ा आर्टिकल प्रोवाइड करवांदा है, तुहानूं याद रखना है आर्टिकल नंबर 13। हुण ये की कहंदा है, कहंदा जिन्ने भी लॉज बनूगे अगर वो फंडामेंटल राइट्स नूं वायलेट कर रहे होणगे ते उहनां नूं आपां इनकंसिस्टेंट मनांगे, मतलब उहनां नूं आपां खारिज कर दांगे, वो सही नहीं है।
ठीक है। तो ये एक तरीके ना फंडामेंटल राइट नूं तां ही शील्ड प्रोवाइड करवांदा कि इदां दा कोई भी लॉ नहीं बनन दिंदा ਜਿਹੜੇ ਤੁਹਾਡੇ फंडामेंटल राइट्स नूं वायलेट कर रहा होवे, राइट। तो ये तुहानूं याद रखना है कि शील्ड कौन प्रोवाइड करता है। हुण तुहानूं पता लग गया मैं तुहानूं की दस्सिया। आर्टिकल नंबर 12 जिहड़ा है ये सानूं डिफाइन करदा स्टेट की हुंदा है। आर्टिकल नंबर 13 सानूं ये डिफाइन करदा कि कोई भी लॉ जिहड़ा है फंडामेंटल राइट दा वो इनकंसिस्टेंट होवेगा जे वो फंडामेंटल राइट नूं वायलेट कर रहा होवे। ये साडे फंडामेंटल राइट्स नूं शील्ड प्रोवाइड करवांदा है। हुण असीं गल करदे हां पहले आर्टिकल दी, आर्टिकल नंबर 14 तो लैके आर्टिकल नंबर 18 जिन्हों आपां कहने हैं राइट टू इक्वालिटी। की कहने आ? राइट टू इक्वालिटी। चलिए गल करते हैं। राइट टू इक्वालिटी का मतलब की सब तो पहला तो 14 आर्टिकल देखो। 14 आर्टिकल दे विच गल कीती गई है इक्वालिटी बिफोर द लॉ और इक्वल प्रोटेक्शन ऑफ लॉ, ये दो दी गल कीती गई है। सब तो पहला देखो ये की कहता है, इट सेज दैट स्टेट। हुण इत्थे स्टेट की है तुहानूं याद रखना है, हजे असीं गल कीती इत्थे गवर्नमेंट दे बारे गल कीती। इट स्टेट दैट स्टेट शैल नॉट डिनाई टू एनी पर्सन इक्वालिटी बिफोर द लॉ और द इक्वल प्रोटेक्शन ऑफ द लॉज। मतलब की है कि इत्थे सारे दे सारे जिन्ने भी हैगे है पर्सनस वो लॉ दे अगे इक्वल मन्ने जाते हैगे। ठीक है। हुण इहदे विच तुसीं अगर देखोगे दो चीज़ां सानूं देखण नूं मिल रही है। एक सानूं देखण नूं मिल रहा इक्वालिटी बिफोर लॉ और इक्वल प्रोटेक्शन लॉ। इहदा मतलब की हुंदा है? इहदा जब तो सब तो पहला तो अगर असीं गल करिए देखो इक्वालिटी बिफोर लॉ दे बारे जे असीं गल करदे हां ना, एक सेकेंड, जदों असी कह लो कि इक्वालिटी बिफोर लॉ के बारे गल करते हैं ना, सब तो पहला तो ये एक तरीके का नैगेटिव कॉन्सैप्ट है। मतलब की है कि कोई भी परसन, ठीक है, कोई भी परसन कह लो वो लॉ के उपर नहीं हैगा, लॉ के उपर नहीं हैगा, अबव लॉ नहीं हैगा। हुण अगर तुसी गल करदे हो दूजे दी जिवें इक्वल प्रोटेक्शन ऑफ लॉ, कई बार इदा हुंदा है कि जदों असी केस वगैरह लड़ रहे होने साडे कोल इन्ने पैसे नहीं हुंदे कि असी जज वगैरह रख कह लो कि एडवोकेट वगैरह रख सकीए, है ना। तो उत्थे सानू एडवोकेट भी कोर्ट वालों दिता जाता है। इहदे विच की हुंदा है कि सारिਆਂ ਨੂੰ इक्वल प्रोटेक्शन दिती जाती है। हुण सब तो पहला तो आपां इक्वैलिटी बिफोर लॉ के बारे गल करते हैं। ये एक तरीके का नैगेटिव कॉन्सैप्ट है। ये की बोलिया गया वेयर नो मैन इज अबव लॉ, कोई भी परसन जिहड़ा हैगा वा वो लॉ तो उपर नहीं मन्निया गया है। ठीक है। बट तुसी गल ये समझो जिहड़ा प्रेजिडेंट हुंदा है ना, अगर वो कोई मर्डर वगैरह भी कर दे ऑन ड्यूटी तो उन्होंने काफ़ी टाइम दिता जाता है, मतलब उन्होंने एक तरीके नाल टाइम दिता जाता है कि वो अपने आप को बेकसूर साबित कर सके, उन्होंने उस वक्त अरेस्ट नहीं किया जाता। बट एक जो नॉर्मल परसन होंदा उन्होंने आराम नाल अरेस्ट कर लिता जाता है। इदा क्यों होंदा है? इत्थे तां फिर लॉ के उपर लॉ जिहड़ा है वो थोड़ा जा बायस नहीं हो गया। ये थोड़ी एक्सैप्शनस हैगियां ने, जिवें कि प्रेजिडेंट ऑफ इंडिया हो गया, स्टेट गवर्नर्स हो गए, पब्लिक सर्वेंट्स हो गए, जजिस हो गया, फॉरन डिप्लोमैट्स हो गया, ये थोड़ी दी इम्यूनिटीज़ यानी कि इन्होंने प्रोटेक्शन मिलती है लॉ तो। ठीक है। ये आपां पढ़ांगे अगे चलकर किवें प्रोटेक्शन मिलती है। हुण उस तो बाद साडे कोल एक होर कॉन्सैप्ट आंदा है, इहनूं तुसीं नहीं करना, ये तुहाडे सिलेबस दे विच आपां नहीं इनकलूड करांगे। अगला साडा आंदा है आर्टिकल नंबर 15। सब तो पहला तो मैनूं एक गल दसो, पिछे तुहानूं मैं आर्टिकल नंबर 14 करवाया, ठीक है। आर्टिकल नंबर 14 कि फॉरनर्स नूं अवेलेबल हैगा, बिल्कुल हैगा। आपां हजे किता किहड़े फॉरनर्स नूं अवेलेबल नहीं, 15, 16, 19, 19 च 10 प्लस करो 29, फिर तुहाडा आ गया 30। ये आर्टिकल्स नहीं अवेलेबल हैगे, जिवें कि आर्टिकल नंबर 15 ये फॉरनर्स नूं अवेलेबल नहीं हैगा, ये सिटीजनस नूं अवेलेबल हैगा। तो ये की कहता है, प्रोहिबिशन ऑफ डिस्क्रिमिनेशन ऑन द ग्राउंड ऑफ रिलीजन, रेस, कास्ट, सैक्स और प्लेस ऑफ बर्थ। देखो सब तो पहला तो अगर असी गल करिए ये आर्टिकल सानू ये कहता है कि गवर्नमेंट स्टेट जिहड़ा हैगा वो तुहाडा डिस्क्रिमिनेट नहीं करेगा किदे बेसिस के उपर, रिलीजन, रेस, कास्ट, सैक्स और प्लेस ऑफ बर्थ। हुण जे तुसीं देखो तुसीं वोट करन जाने तुहानूं ये पुछदे तुहाडा रिलीजन की हैगा, तुहाडी कास्ट की हैगी, तुहाडे प्लेस ऑफ बर्थ की हैगा, नहीं पुछदे हैगे, है ना। तो ये देखो कोई भी तुहानूं इन्हां दे बेसिस के उत्ते शॉप्स के उत्ते जाण ते नहीं रोक सकदा, पेपर देण ते नहीं रोक सकदा, ये सारी चीज़ां हुंदियां हैगियां। बट कुछ तुसीं अगर देखो जदों तुसीं पेपर वगैरह भरदे हैगे हो उहदे विच तुसीं प्लेस ऑफ बर्थ देखदे हो कि अगर तुसीं पंजाब दे नहीं हैगे तुसीं आ पेपर नहीं भर सकदे। इहदे विच कुछ एक्सैप्शनस हैगियां ने। एक्सैप्शनस का मतलब की हैगा, सपोज इत्थे लिखिया कि आपां कहने आ कि सैक्स दे उत्ते यानी कि अगर तुसीं मेल हो या फीमेल हो, ये बेसिस के उत्ते कोई भी स्टेट तुहाडे नाल जिहड़ा है वो बायस नहीं हो सकता। बट अज
ਤੁਸੀਂ ਅਗਰ ਦੇਖੋ ਪੰਜਾਬ ਨੇ ਵੂਮਨਸ ਲਈ ਰਿਜ਼ਰਵੇਸ਼ਨ ਰੱਖੀ ਹੈਗੀ ਹੈ, ਇਹ ਬਾਇਸ ਨਹੀਂ ਹੋਇਆ ਕਿ ਇੱਥੇ ਤਾਂ ਮੇਲ ਤੇ ਫੀਮੇਲ ਦੇ ਵਿੱਚ ਬਾਇਸ ਹੋ ਗਿਆ, ਬਟ ਇਹ ਕਿਉਂ? ਇਹਦੇ ਵਿੱਚ ਕੌਨਸਟੀਟਿਊਸ਼ਨ ਨੇ ਇਹ ਰਾਈਟ ਦਿੱਤਾ ਹੈ ਸਟੇਟ ਨੂੰ ਕਿ ਕੁਝ ਸਪੈਸ਼ਲ ਪ੍ਰੋਵੀਜ਼ਨਸ ਆਫ ਵੂਮਨ ਤੇ ਚਿਲਡਰਨ ਲਈ ਕਰ ਸਕਦੀ ਹੈਗੀ ਹੈ। ਤੇ ਇਹਦੇ ਵਿੱਚ ਆਪਾਂ ਦੇਖ ਲਿਆ ਕਿ ਜਿਹੜੇ ਫੰਡਾਮੈਂਟਲ ਰਾਈਟ ਹੈ ਉਹ ਐਬਸੋਲੂਟ ਨਹੀਂ ਹੈਗੇ, ਕਿਉਂਕਿ ਇਹਨਾਂ ਦੀ ਐਕਸੈਪਸ਼ਨ ਜਿਹੜੀਆਂ ਹੈਗੀਆਂ। ਉਸ ਤੋਂ ਬਾਅਦ ਅਗਰ ਕੁਝ ਸਪੈਸ਼ਲ ਪ੍ਰੋਵੀਜ਼ਨਸ ਜਿਹੜੀਆਂ ਨੇ ਫॉर द ਐਡਵਾਂਸਮੈਂਟ ਆਫ ਦ ਸੋਸ਼ਲੀ ਔਰ ਐਜੂਕੇਸ਼ਨਲ ਬੈਕਵਰਡ ਕਲਾਸਿਸ ਜਿਹੜੀਆਂ ਨੇ, ਜਿਵੇਂ SC BC ਕਾਸਟ, ਉਹਨਾਂ ਲਈ ਵੀ ਰਿਜ਼ਰਵੇਸ਼ਨ ਰੱਖੀ ਜਾਂਦੀ ਹੈ, ਉਹਨਾਂ ਲਈ ਵੀ ਕਰ ਸਕਦੇ ਹੈਗੇ ਆ। ਠੀਕ ਹੈ, ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਐਕਸੈਪਸ਼ਨਸ ਨੇ ਜਿਹੜੀਆਂ ਫੰਡਾਮੈਂਟਲ ਰਾਈਟਸ ਨੂੰ ਹਲਕਾ ਜਿਹਾ ਐਕਸੈਪਟ ਕਰੇ, ਕਿਉਂਕਿ ਆਰਟੀਕਲ ਨੰਬਰ 15 ਦੇ ਵਿੱਚ ਇਹ ਚੀਜ਼ ਡਿਫਾਈਨ ਕੀਤੀ ਗਈ ਕਿ ਪ੍ਰੋਹਿਬਿਸ਼ਨ ਨਹੀਂ ਹੋਏਗਾ ਸੈਕਸ ਰੇਸ ਕਾਸਟ ਦੇ ਉੱਤੇ, ਬਟ ਫਿਰ ਵੀ ਹੋ ਰਿਹਾ, ਇਹ ਐਕਸੈਪਸ਼ਨਸ ਨੇ, ਰਾਈਟ। ਨੈਕਸਟ ਗੱਲ ਕਰਦੇ ਹਾਂ ਆਰਟੀਕਲ ਨੰਬਰ 16 ਦੀ। ਆਰਟੀਕਲ ਨੰਬਰ 16 ਕੀ ਕਹਿੰਦਾ? ਇਕੁਐਲਿਟੀ ਆਫ ਓਪਰਚੁਨਿਟੀ ਇਨ ਦ ਮੈਟਰਸ ਆਫ ਪਬਲਿਕ ਇੰਪਲੋਇਮੈਂਟ। ਹੁਣ ਤੁਸੀਂ ਸਾਰੇ ਪੇਪਰ ਭਰ ਸਕਦੇ ਹੋ, ਜੇ ਤਾਂ ਉਹਨਾਂ ਦੀ ਕੁਆਲੀਫਿਕੇਸ਼ਨ ਜਿਹੜੀ ਹੈ ਤੁਸੀਂ ਕਰ ਰਹੇ ਹੋ ਤਾਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ, ਤੁਹਾਨੂੰ ਕੋਈ ਵੀ ਇਹ ਨਹੀਂ ਕਹਿ ਸਕਦਾ ਤੁਹਾਡਾ ਰਿਲੀਜਨ ਜਿਹੜਾ ਮੁਸਲਿਮ ਹੈ ਬਈ ਤੁਸੀਂ ਪੇਪਰ ਨਹੀਂ ਪਾ ਸਕਦੇ, ਸਾਰੇ ਭਰ ਸਕਦੇ ਹੋ। ਬਟ ਤੁਸੀਂ ਇੱਕ ਗੱਲ ਦੇਖੋ, ਹਮੇਸ਼ਾ ਪੇਪਰ ਦੇ ਵਿੱਚ ਇਹ ਬੋਲਿਆ ਜਾਂਦਾ ਹੈ ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਹੈ ਜੇ ਤੁਸੀਂ ਪੇਪਰ ਜਿਹੜਾ ਭਰਨਾ ਹੈ, ਤਾਂ ਹੀ ਤਾਂ 15ਵਾਂ ਆਰਟੀਕਲ ਤੇ 16 ਆਰਟੀਕਲ ਜਿਹੜਾ ਫੋਰਨਰਸ ਨੂੰ ਅਵੇਲੇਬਲ ਨਹੀਂ ਹੈਗਾ, ਕਿਉਂਕਿ ਉਹ ਇੰਡੀਅਨ ਸਿਟੀਜ਼ਨ ਨਹੀਂ ਹੁੰਦੇ ਤਾਂ ਉਹਨਾਂ ਨੂੰ ਇਕੁਅਲ ਓਪਰਚੁਨਿਟੀ ਨਹੀਂ ਦਿੱਤੀ ਜਾਂਦੀ ਪਬਲਿਕ ਇੰਪਲੋਇਮੈਂਟ ਦੇ ਵਿੱਚ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ, ਆ ਇੰਪੋਰਟੈਂਟ ਆਰਟੀਕਲ ਹੈਗਾ, ਇਹਨੂੰ ਪੂਰਾ ਤੁਸੀਂ ਆ ਚੀਜ਼ ਪੂਰੀ ਜਿਹੜੀ ਰੈੱਡ ਲਾਈਨ 'ਚ ਲਿਖੀ ਹੈ ਤੁਸੀਂ ਯਾਦ ਕਰਨੀ ਹੈਗੀ ਹੈ ਕਿ ਆਰਟੀਕਲ ਨੰਬਰ 16 ਕਿੱਥੋਂ ਡੀਲ ਕਰਦਾ ਹੈ। बट अगला अगर असी गल करिए एक्सैप्शनस कुछ आंदियां ने, एक्सैप्शनस क्या आंदियां ने कि कुछ कंडीशनस जड़ियां ने आपां मैंशन कर सकते हैं सर्टेन इंप्लॉयमेंट दे विच। जिवें अगर देखोगे कि वूमेंस ਲਈ रिजर्वेशन तो दी जा रही, नाल ਤੁਹਾਨੂੰ ਇਹ ਵੀ ਦੱਸਿਆ ਜਾਂਦਾ ਤੁਸੀਂ ਪੰਜਾਬ ਦੇ ਡੋਮਿਸਾਈਲ ਹੋਣੇ ਚਾਹੀਦੇ ਹੈਗੇ, ਪੰਜਾਬ 'ਚ ਰਹਿਣੇ ਚਾਹੀਦੇ, ਪੰਜਾਬੀ ਤੁਹਾਡੀ 10ਵੀਂ ਪਾਸ ਹੋਣੀ ਚਾਹੀਦੀ ਹੈਗੀ, ਇਹ ਐਕਸੈਪਸ਼ਨਸ ਹੈਗੀਆਂ ਨੇ। ठीक है, इक्वल अपॉर्चुनिटी दी जाती है बट वो थोड़ी बहुत क्वालिफिकेशन रखी जाती है पेपर भरते हुए। अगे गल करते हैं आर्टिकल नंबर 17 की गल करते हैं, बहुत ही इंपॉर्टेंट आर्टिकल है बच्चा। अगर ये देखिए वायलेशन ऑफ अनटचेबिलिटी, पहले की हुंदा सी दलित जिहड़े हुंदे सी अनटचेबिलिटी प्रैक्टिस की जाती सी, मतलब छूआ छूत जिन्होंने कहने मंदिर नहीं जान दिता जाता सी, उन्होंने हाथ का पानी नहीं पीता जाता सी, ते अनटचेबिलिटी नूं अबॉलिश करदा है। इहदे विच कहंदा जे तुसीं अनटचेबिलिटी नूं प्रैक्टिस करदे हैगे हो, जे तुसीं इहदा छूत का जिहड़ा कॉन्सैप्ट है लैके आंदे तो तुहानूं सज़ा जरूर मिलेगी। ये तुसीं हमेशा याद रखना है, ये एक इदां दा राइट है जो कि एब्सोल्यूट राइट है। एब्सोल्यूट राइट का मतलब की होंदा है इहदी कोई एक्सैप्शन नहीं हैगी। ते क्वेश्चन आएगा इदां दा किहड़ा आर्टिकल है जिहदी कोई एक्सैप्शन नहीं हैगी फंडामेंटल राइट्स, वो तुहाडा वायलेशन ऑफ अनटचेबिलिटी है। प्लीज़ रिमेंबर दैट, वेरी इंपॉर्टेंट क्वेश्चन। बाकी ये पढ़ने की जरूरत नहीं, मैं क्रक्स दसदा बहुत है ना। उस तो बाद अबॉयलेशन ऑफ आर्टिकल्स, आर्टिकल नंबर 18 ने डील करता है। अबॉयलेशन ऑफ टाइटल्स का मतलब की होंदा है कि तुसी अपने आप ਨੂੰ कोई भी टाइटल नहीं दे सकते, महाराजा महाराणा हुण एवें नहीं, वो टाइटल तुसी अपने नाल ला सकते हो जो तुसी अर्नड कीते। अर्नड मतलब की होंदा डॉक्टर, ठीक है, जिवें अर्नड हुंदे ने, जिवें मिलिटरी दे अगर तुसी देखोगे ये भी अर्नड वगैरह हुंदे ने, वो टाइटल तुसी लै सकते हो। ते नाले कोई भी इदां दा टाइटल तुसी किसी होर फॉरेन कंट्री तो एक्सैप्ट नहीं कर सकते हैगे हो। ठीक है, ये तुहानूं याद रखना है, वेरी वेरी इंपॉर्टेंट क्वेश्चन। हुण आपां आर्टिकल नंबर किहड़े किहड़े कीते, फिर तो आपां पिछे आने आपां 14 तो लैके आर्टिकल नंबर 18 तक गल कीती, जिहदे विच गल कीती गई है इक्वालिटी दे बारे। ठीक है, हुण तुहानूं ये चंगी तरीके नाल याद करना है 14 तो लैके 18 तक राइट टू इक्वालिटी आर्टिकल की डील करता है। वेरी इंपॉर्टेंट क्वेश्चन गाइज, बहुत ही इंपॉर्टेंट क्वेश्चन इतों बनते हैं। अगले लैक्चर दे विच राइट टू फ्रीडम ते राइट अगेंस्ट एक्सप्लॉयटेशन मैं यही कवर करांगी। धीरे धीरे करके इनू 1-2 दिन च आपां फंडामेंटल राइट्स नू खत्म कर दांगे। इस तो वध के तुहानूं कुछ नहीं आएगा, मैं क्वेश्चंस भी करवा दांगी। ठीक है, थैंक यू वेरी मच गाइज, हैव अ ग्रेट डे।